ਇਹ ਯੂਥ ਨੂੰ ਤਾਂ ਹਮੇਸ਼ਾ ਵਰਤਦੇ ਆ, ਯੂਜ਼ ਕਰਦੇ ਆ। ਜਦੋਂ ਬੈਰੀਕੇਡ ਪੱਟਣੇ ਸੀ ਨੌਜਵਾਨ ਅੱਗੇ, ਜਦੋਂ ਦਿੱਲੀ ਚੜ੍ਹਦੀ ਕਲਾ ਦਾ ਆਲਮ ਦਿਖਾਉਣਾ ਸੀ ਨੌਜਵਾਨ ਅੱਗੇ, ਜਦੋਂ 26 ਨਵੰਬਰ ਆਇਆ ਨੌਜਵਾਨ ਅੱਗੇ, 26 ਜਨਵਰੀ ਆਈ ਨੌਜਵਾਨ ਅੱਗੇ। ਪਰ ਲੀਡਰਸ਼ਿਪ ਨੇ ਕੀ ਕੀਤਾ? ਗਦਾਰੀ ਦੇ ਸਰਟੀਫਿਕੇਟ ਦਿੱਤੇ। ਉਹ ਤਾਂ ਸਾਡੇ ਬੰਦੇ ਹੀ ਨਹੀਂ ਆ, ਆਪ ਹੀ ਸਾਡੇ ਤੇ ਕੇਸ ਪਵਾਤੇ। ਕੌਮ ਨੂੰ ਵੀ ਉਹਨਾਂ ਬੰਦਿਆਂ ਨੂੰ, ਮਾਨ ਸਾਹਿਬ ਦੀ ਜਦੋਂ ਪਾਰਲੀਮੈਂਟ 'ਚ ਗਏ ਉਹ ਕੇਸ, ਫਿਰ ਮਾਨ ਸਾਹਿਬ UN ਤੋਂ ਜਿੱਤ ਕੇ ਆਏ ਆ। UN ਨੇ ਅਲਾਓ ਕੀਤਾ ਵੀ ਇਹ ਇਹਨਾਂ ਦੀ ਇੱਕ ਪਛਾਣ ਦਾ ਪਾਰਟ ਆ, ਸ਼੍ਰੀ ਸਾਹਿਬ ਇਹਦੇ ਨਾਲ ਜਾਓ। ਮਾਨ ਸਾਹਿਬ ਫਿਰ ਜਦੋਂ ਪਾਰਲੀਮੈਂਟ 'ਚ ਗਏ, ਉਹਨਾਂ ਦੀ ਪਹਿਲੀ ਸਪੀਚ ਅੱਜ ਵੀ YouTube ਤੇ ਪਈ ਆ। ਹੁਣ ਇਹ ਦੇਖਣਾ ਪਊਗਾ ਸਾਡਾ ਦੁਸ਼ਮਣ ਕੌਣ ਆ। ਰਾਵਣ ਵਾਂਗੂ ਇਸ ਦੁਸ਼ਮਣ ਦੇ 10 ਸਿਰ ਆ। ਕਦੇ ਇਹ ਕਾਂਗਰਸ ਦੇ ਰੂਪ 'ਚ ਆ ਜਾਂਦਾ, ਕਦੇ ਭਾਜਪਾ ਦੇ ਰੂਪ 'ਚ ਆ ਜਾਂਦਾ, ਕਦੇ ਕਿਸੇ ਹੋਰ ਆਮ ਆਦਮੀ ਪਾਰਟੀ ਵਾਲੇ ਰੂਪ 'ਚ ਆ ਜਾਂਦਾ। ਸਿੱਧੂ ਨੇ 2000 ਦੀ ਗੱਲ ਕਰਤੀ, ਕੇਜਰੀਵਾਲ ਨੇ 1000 ਰੁਪਏ ਦੀ ਗਰੰਟੀ ਦੇਤੀ, ਜਾਂ ਆਟਾ ਦਾਲ ਸਕੀਮ ਚਲਾਤੀ। ਤਰਾਸਦੀ ਨਹੀਂ ਮੰਨਦੇ ਫਿਰ ਲੋਕ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਇਕੱਠ ਬੰਨ ਕੇ ਤੁਰ ਪੈਂਦੇ। ਨਹੀਂ, ਗੱਲ ਇਹੀ ਹੈ ਨਾ, ਜਿਹੜੇ ਇਹ ਸਾਡੀ ਮੱਤ ਮਾਰੀ ਗਈ ਆ। ਇੱਕ ਖਾਸ ਕੌਮ ਨੂੰ, ਇੱਕ ਖਾਸ ਤਰ੍ਹਾਂ ਦੇ ਲੋਕਾਂ ਨੂੰ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10 ਗੁਰੂਆਂ ਨੇ ਖਾਸ ਬਣਾਇਆ, ਉਹ ਆਮ ਬਣੀ ਫਿਰਦੇ ਅੱਜ। ਸੋ ਦਿੱਲੀ ਤੋਂ ਜਦੋਂ ਰਾਵਣ ਤੁਰਦਾ, ਉਹਦੇ 10 ਸਿਰ ਆ। 10 ਸਿਰਾਂ ਨੇ ਤੁਹਾਨੂੰ ਲੁਭਾਉਣਾ, ਤੁਹਾਨੂੰ ਆਪਦੇ ਵਾਲੇ ਪਾਸੇ ਤੋਰਨਾ। ਪਰ ਸਾਡਾ ਜਰਨੈਲ, ਜਿਹਦਾ 4 ਦਹਾਕਿਆਂ ਦਾ ਸੰਘਰਸ਼ ਪਿੱਛੇ ਪਿਆ, ਸਰਦਾਰ ਸਿਮਰਨਜੀਤ ਸਿੰਘ ਮਾਨ, ਸਾਡੀ ਜ਼ਮੀਰ ਤੇ ਸਾਡੇ ਵਕਾਰ ਦੀ ਗੱਲ ਆ ਵੀ ਉਹਨਾਂ ਨੂੰ ਜਿਤਾ ਕੇ ਭੇਜਣਾ ਆਪਾਂ। ਜੇ 40 ਸਾਲਾਂ 'ਚ ਸਾਜ਼ਿਸ਼ਾਂ ਨਾ ਘੜੀਆਂ ਹੁੰਦੀਆਂ, ਬਦਨਾਮ ਨਾ ਕੀਤੇ ਹੁੰਦੇ, ਅੱਜ ਨੂੰ ਤਾਂ ਬੜਾ ਕੁਝ ਸਿਰਜਿਆ ਜਾਣਾ ਸੀ। ਪਰ ਕੁਝ ਸਿਰਜਿਆ ਗਿਆ, ਕੁਝ ਕਿਸਾਨੀ 'ਚ ਹੀ ਸਿਰਜ ਲਿਆ ਹੋਵੇ। ਉਹੀ ਖੁਦਕੁਸ਼ੀਆਂ, ਕਰਜ਼ਿਆਂ ਤੇ ਖੜੇ ਆ। ਫਿਰ 1.5 ਸਾਲ ਅੰਦੋਲਨ ਨੂੰ ਦੇਤਾ, ਕਿੱਥੇ ਖੜ ਗਏ ਆ ਕੇ? ਗੱਲ ਦੀ ਕੋਈ ਗਰੰਟੀ ਹੈ? 750 ਜਾਨਾਂ ਕੁਰਬਾਨ ਹੋਈਆਂ, ਉਹਨਾਂ ਦਾ ਕੋਈ ਵਾਲੀ ਵਾਰਸ ਹੈ? ਲਖੀਮਪੁਰ ਖੀਰੀ ਵਾਲਿਆਂ ਨੂੰ ਨਿਆਂ ਮਿਲਿਆ, ਉਹਨਾਂ ਦਾ ਕੋਈ ਵਾਲੀ ਵਾਰਸ ਹੈ? ਜਿਹੜੇ ਕੇਸ ਪਏ ਆ ਸਾਡੇ ਤੇ, ਇਹ ਤਾਂ ਉੱਥੋਂ ਆ ਗਏ ਦਿੱਲੀੋਂ ਚੱਕ ਕੇ ਤੰਬੂ, ਵੀ ਇਹ ਤਾਂ ਕੈਂਸਲ ਹੋ ਜਾਣਗੇ, ਅਸੀਂ ਤਰੀਕਾ ਫੇਰ ਭੁਗਤੀ ਜਾਂਦੇ ਆ। ਸੋ ਇਹ ਤਾਂ ਛਲਾਵੇ ਆ, ਸਾਨੂੰ ਛਲਾਵਿਆਂ 'ਚ ਰੱਖਦੇ ਆ, ਝੂਠੇ ਵਾਅਦੇ ਕਰਦੇ ਆ, ਸਾਨੂੰ ਵਰਗਲਾਉਂਦੇ ਆ, ਮੈਨੀਪੂਲੇਟ ਕਰਦੇ ਆ, ਸਾਨੂੰ ਐਂ ਸਮਝਦੇ ਆ ਜਿਵੇਂ ਅਸੀਂ ਕੋਈ ਵਸਤੂ ਆ, ਵੀ ਜਿੱਧਰੋਂ ਮਰਜ਼ੀ ਚੱਕ ਕੇ ਜਿੱਥੇ ਮਰਜ਼ੀ ਰੱਖ ਦਿਓ, ਅਤੇ ਜਦੋਂ ਯੂਜ਼ ਕਰਨੀ ਆ ਉਦੋਂ ਯੂਜ਼ ਕਰ ਲਓ, ਵਰਤ ਲਓ ਉਦੋਂ, ਫੇਰ ਪਾਸੇ ਸਿੱਟ ਲਾਂਗੇ ਇਹਨੂੰ ਤਾਂ। ਸੋ ਇਹਦੇ ਲਈ ਗੱਲ ਇਹ ਆ ਵੀ ਸਾਨੂੰ ਵੀ ਸੰਘਰਸ਼ ਕਰਨਾ ਪਊਗਾ, ਤੇ ਕਰ ਰਹੇ ਆ। ਬਸ ਬਾਈ, ਹੁਣ ਆਪਾਂ ਅੱਗੇ ਚੱਲ ਗਏ ਅਗਲੇ ਪਿੰਡ। ਚੱਲਦੇ ਇੱਕ ਤਾਂ ਤੁਹਾਡੇ ਨਾਲ ਅਸੀਂ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਹਾਂ, ਪਰ ਇੱਕ ਅੱਧੀ ਗੱਲ ਆ ਜਿਹੜੀ ਉਹ ਹੋਰ ਵੀ ਕਰਨ ਦੀ ਕੋਸ਼ਿਸ਼ ਕਰਾਂਗੇ। ਇੱਥੇ ਤੁਸੀਂ ਦੇਖ ਸਕਦੇ ਹੋ ਨੌਜਵਾਨੀ ਆ ਜਿਹੜੀ ਕਿ ਕਾਫੀ ਫੋਟੋਆਂ ਖਿਚਾ ਰਹੀ ਆ ਦੀਪ ਸਿੱਧੂ ਦੇ ਨਾਲ। ਤਾਂ ਇਸੇ ਤਰ੍ਹਾਂ ਜਿਹੜੀ ਕਿ ਗੱਲਬਾਤ ਆ ਅੱਗੇ ਚੱਲ ਕੇ ਵੀ ਕਰਾਂਗੇ। ਅਗਲੇ ਪਿੰਡਾਂ ਦੇ ਵਿੱਚ ਜਿਹੜੀ ਕੰਪੇਨ ਆ ਉਹ ਵੀ ਹੁੰਦੀ ਨਜ਼ਰ ਆ ਰਹੀ ਆ। ਜਿਹੜੀ ਕੰਪੇਨ ਆ ਲਗਾਤਾਰ ਹੋ ਰਹੀ ਆ। ਤਾਂ ਦੀਪ ਸਿੱਧੂ ਦੇ ਨਾਲ ਅਸੀਂ ਗੱਲਬਾਤ ਕਰੀਏ ਤਾਂ ਦੀਪ ਸਿੱਧੂ ਦਾ ਕਹਿਣਾ ਗਾ ਕਿ ਇੱਥੇ ਆਉਣਾ ਬਣਦਾ ਸੀ, ਕਿਉਂਕਿ ਕੌਮ ਦੀ ਗੱਲ ਹੋ ਰਹੀ ਆ, ਹੱਕਾਂ ਦੀ ਗੱਲ ਹੋ ਰਹੀ ਆ, ਵੱਧ ਅਧਿਕਾਰਾਂ ਦੀ ਗੱਲ ਹੋ ਰਹੀ ਆ। ਇਸੇ ਤਰ੍ਹਾਂ ਗੱਲਾਂ ਬਾਤਾਂ ਕਰਦੇ ਰਵਾਂਗੇ। ਜੁੜੇ ਰਹੋ KTV ਦੇ ਨਾਲ। ਮੇਰੇ ਸਹਿਯੋਗੀ ਸਾਥੀ ਅਰਜਿੰਦਰ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਅਮਰਗੜ੍ਹ ਹਲਕੇ ਦੀ ਗੱਲ ਕਰਾਂਗੇ ਤਾਂ ਅਮਰਗੜ੍ਹ ਹਲਕੇ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਖੜੇ ਹੋਏ ਨੇ, ਉਮੀਦਵਾਰ ਨੇ ਅਕਾਲੀ ਦਲ ਅੰਮ੍ਰਿਤਸਰ ਤੋਂ। ਤਾਂ ਅਸੀਂ ਗੱਲਬਾਤ ਕਰਦੇ ਹਾਂ। ਤੁਸੀਂ ਦੇਖ ਸਕਦੇ ਹੋ ਜਿੱਥੇ ਸਰਦਾਰ ਸਿਮਰਨਜੀਤ ਸਿੰਘ ਮਾਨ ਖੜੇ ਹੋਏ ਨੇ, ਤਾਂ ਉਹਨਾਂ ਦੇ ਨਾਲ ਜਿਹੜੀ ਕਿ ਸਪੋਰਟ ਦੇ ਲਈ ਦੀਪ ਸਿੱਧੂ ਆਏ ਹੋਏ ਨੇ। ਤਾਂ ਦੀਪ ਸਿੱਧੂ ਦੇ ਨਾਲ ਗੱਲਬਾਤ ਕਰਾਂਗੇ। ਕਾਫੀ ਕਰੇਜ਼ ਆ ਨੌਜਵਾਨਾਂ ਦੇ ਵਿੱਚ, ਫੋਟੋਆਂ ਕਰਾਈਆਂ ਜਾ ਰਹੀਆਂ ਨੇ। ਤਾਂ ਅਸੀਂ ਗੱਲਬਾਤ ਕਰਦੇ ਹਾਂ, ਤੁਹਾਨੂੰ ਦਿਖਾ ਰਹੇ ਹਾਂ ਅਸੀਂ ਇਹ ਤਸਵੀਰਾਂ ਦੇ ਵਿੱਚ। ਲਗਾਤਾਰ ਜਿਹੜਾ ਕਿ ਕਵਰੇਜ ਆ ਉਹ ਹੁੰਦੀ ਆ, ਗੱਲਾਂ ਬਾਤਾਂ ਹੁੰਦੀਆਂ ਨੇ। ਬਈ
ਅਸੀਂ ਫੇਰ ਤੁਹਾਡੇ ਮਗਰ ਪਹੁੰਚ ਗਏ ਅੱਜ ਮਾਨ ਆਉਣਾ ਬੜਾ ਜ਼ਰੂਰੀ ਸੀ, ਇਹ ਤਾਂ ਆਪਣਾ ਫਰਜ਼ ਆ। ਦੇਖੋ ਗੱਲ ਆਪਣੀ ਜ਼ਮੀਰ ਦੀ ਆ, ਵਕਾਰ ਤੇ ਆ ਗਈ ਆ ਗੱਲ। ਸੋ ਮਾਨ ਸਾਹਿਬ ਦਾ ਜਿੱਤਣਾ, ਜਿੱਥੇ ਜਿੱਥੇ ਕੋਈ ਸਾਡੀ ਕੌਮੀਅਤ ਦੀ ਗੱਲ ਕਰਨ ਵਾਲਾ ਬੰਦਾ ਬੈਠਾ, ਜਿੱਥੇ ਜਿੱਥੇ ਪੰਜਾਬੀ ਭਾਈਚਾਰੇ ਦੀ ਗੱਲ ਕਰਨ ਵਾਲਾ ਬੰਦਾ ਬੈਠਾ, ਉਹਨਾਂ ਸਾਰਿਆਂ ਨੂੰ ਅਰਦਾਸ ਆ, ਉਹਨਾਂ ਸਾਰਿਆਂ ਨੂੰ ਬੇਨਤੀ ਆ ਵੀ ਤੁਸੀਂ ਆਪਦੀ ਰਿਸ਼ਤੇਦਾਰੀ 'ਚ ਆਪਦੇ ਸਾਕ ਸੰਬੰਧੀਆਂ ਨੂੰ, ਬੇਲੀ ਯਾਰ ਮਿੱਤਰਾਂ ਨੂੰ ਕਹਿ ਦਿਓ ਵੀ ਮਾਨ ਸਾਹਿਬ ਤੇ ਸਰਦਾਰ ਮਾਨ ਸਿੰਘ ਜਿਹੜੇ ਫਤਿਹਗੜ੍ਹ ਸਾਹਿਬ ਤੋਂ ਖੜੇ ਹੋਏ ਆ, ਤੇ ਅੰਮ੍ਰਿਤਪਾਲ ਮਹਿਰੋਂ, ਆਪਣਾ ਛੰਦੜਾ ਬਾਈ, ਤੇ ਫਿਰ ਫਰੀਦਕੋਟ ਤੋਂ ਗੁਰਸੇਵਕ ਭਾਣਾ, ਵੀ ਇਹ ਸਾਡੀਆਂ ਸੀਟਾਂ ਹੋਣੀਆਂ ਚਾਹੀਦੀਆਂ। ਸਾਡੇ ਲਈ ਵਾਕਈ ਇੱਜ਼ਤ ਤੇ ਵਕਾਰ ਤੇ ਆ ਗਈ ਆ ਗੱਲ। ਸਾਡੀ ਕੌਮੀਅਤ ਦੀ ਗੱਲ ਕਰਨ ਵਾਲਾ ਕੋਈ ਨਾ ਕੋਈ ਤਾਂ ਅਸੈਂਬਲੀ 'ਚ ਹੋਵੇ, ਸਾਡੀ ਆਵਾਜ਼ ਗੂੰਜੇ ਉੱਥੇ। ਜ਼ਰੂਰੀ ਨਹੀਂ ਇਹ ਗੱਲ ਸੋਚੀਏ, ਹਮੇਸ਼ਾ ਲੋਕ ਇਹ ਕਹਿੰਦੇ ਆ ਵੀ ਸਰਕਾਰ ਤਾਂ ਬਣ ਹੀ ਨਹੀਂ, ਜਿਨ੍ਹਾਂ ਦੀ ਬਣ ਗਈ ਉਹਨਾਂ ਨੇ ਸਾਡੇ ਲਈ ਕੀ ਕਰਤਾ। ਸੋ ਕਈ ਵਾਰੀ ਜਦੋਂ ਅਸੀਂ ਆਪਦੀ ਹੋਂਦ ਦੀ ਲੜਾਈ ਲੜ ਰਹੇ ਹਾਂ ਨਾ, ਉਦੋਂ ਸਾਡੀ ਆਵਾਜ਼ ਦੁਸ਼ਮਣ ਦੇ ਕਿਲੇ 'ਚ ਤਾਂ ਗੂੰਜਣੀ ਚਾਹੀਦੀ ਆ, ਸਾਡੀ ਆਵਾਜ਼ ਉੱਥੇ ਬੁਲੰਦ ਹੋਣੀ ਚਾਹੀਦੀ ਆ, ਫਿਰ ਕਿਲਾ ਵੀ ਸਰ ਕਰ ਲਾਂਗੇ। ਅਸੀਂ ਇਹੀ ਗੱਲਾਂ ਕਰਕੇ ਹਟੇ ਹਾਂ। ਸੋ ਇਹ ਨਾ ਸੋਚੋ ਵੀ ਇੱਕ ਸੀਟ ਨਾਲ ਕੀ ਹੋ ਜਾਊਗਾ। ਇੱਕ ਕੱਲਾ ਸ਼ੇਰ ਹੀ ਜੰਗਲ 'ਚ ਜਦੋਂ ਦਹਾੜਦਾ ਨਾ, ਤਾਂ ਸਾਰਾ ਜੰਗਲ ਸੁਣਦਾ ਉਹਨੂੰ। ਸੋ ਇਸ ਕਰਕੇ ਇਹ ਬੜੀ ਜ਼ਰੂਰੀ ਆ ਵੀ ਆਪਾਂ ਅਮਰਗੜ੍ਹ ਵਾਲੀ ਸੀਟ ਨੂੰ ਬਹੁਮਤ ਨਾਲ ਜਿੱਤੀਏ, ਤੇ ਬਾਕੀ ਸੀਟਾਂ 'ਚ ਵੀ ਆਪਾਂ ਜਾ ਕੇ ਉਸੇ ਤਰ੍ਹਾਂ ਆਪਦੇ ਸਾਰੇ ਰਿਸ਼ਤੇਦਾਰੀਆਂ 'ਚ ਆਪਦੇ ਸਾਕ ਸੰਬੰਧੀਆਂ ਨੂੰ, ਬੇਲੀ ਮਿੱਤਰਾਂ ਨੂੰ ਕਹੀਏ ਵੀ ਬਾਈ ਜ਼ੋਰ ਲਾਓ ਤਗੜੇ ਹੋ ਕੇ। ਹੁਣ ਗੱਲ ਪੰਜਾਬ ਦੀ ਹੋਂਦ ਤੇ ਆ ਕੇ ਖੜ ਗਈ ਆ। ਹੁਣ ਹੈਂਡ ਆਊਟਸ ਤੇ ਨਹੀਂ ਵਿਕਣਾ ਅਸੀਂ ਵੀ 1000 ਰੁਪਏ 2000 ਰੁਪਏ ਗੈਸ ਸਿਲੰਡਰ, ਸਕੂਟਰੀਆਂ, ਇਹਨਾਂ ਨੇ ਸਾਨੂੰ ਕੁਛ ਨਹੀਂ ਦੇਣਾ। ਸਾਡੀ ਪਛਾਣ ਖੋਹ ਲੈਣਗੇ, ਸਾਡਾ ਇਤਿਹਾਸ ਖੋਹ ਲੈਣਗੇ, ਸਾਡੀਆਂ ਜ਼ਮੀਨਾਂ, ਸਾਡੀ ਖੇਤੀ ਸਾਡੇ ਤੋਂ ਖੋਹ ਲੈਣਗੇ, ਸਾਡੇ ਹੱਥ ਪੱਲੇ ਕੁਛ ਨਹੀਂ ਰਹਿਣਾ। ਸੋ ਹਾਂਜੀ, ਦੀ ਨਹੀਂ ਮੰਨਦੇ ਹੈਗੇ ਜਦੋਂ ਲੋਕ ਉਹਨਾਂ ਲੋਕਾਂ ਦੇ ਮਗਰ ਜਾ ਕੇ ਕਹਿੰਦੇ ਨੇ ਕਿ ਸਿੱਧੂ ਨੇ 2000 ਦੀ ਗੱਲ ਕਰਤੀ, ਕੇਜਰੀਵਾਲ ਨੇ 1000 ਰੁਪਏ ਦੀ ਗਾਰੰਟੀ ਦੇਤੀ, ਜਾਂ ਆਟਾ ਦਾਲ ਸਕੀਮ ਚਲਾਤੀ। ਤਰਾਸਦੀ ਨਹੀਂ ਮੰਨਦੇ ਫਿਰ ਲੋਕ ਉਹਨਾਂ ਦੀਆਂ ਰੈਲੀਆਂ ਦੇ ਵਿੱਚ ਇਕੱਠ ਬੰਨ੍ਹ ਕੇ ਤੁਰ ਪੈਂਦੇ ਨੇ। ਨਹੀਂ, ਗੱਲ ਇਹੀ ਹੈ ਨਾ, ਜਿਹੜੇ ਇਹ ਸਾਡੀ ਮੱਤ ਮਾਰੀ ਗਈ ਆ, ਇੱਕ ਖਾਸ ਕੌਮ ਨੂੰ, ਇੱਕ ਖਾਸ ਤਰ੍ਹਾਂ ਦੇ ਲੋਕਾਂ ਨੂੰ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10 ਗੁਰੂਆਂ ਨੇ ਖਾਸ ਬਣਾਇਆ, ਉਹ ਆਮ ਬਣੀ ਫਿਰਦੇ ਅੱਜ। ਜਾਂ ਉਹ ਇਹ ਕਹਿ ਰਹੇ ਆ ਵੀ ਅਸੀਂ ਆਮ ਆਦਮੀ ਪਾਰਟੀ ਆ, ਅਸੀਂ ਆਮ ਆ। ਆਮ ਤਾਂ ਸਾਰੇ ਹੀ ਹੁੰਦੇ ਆ, ਸਾਨੂੰ ਤਾਂ ਖਾਸ ਬਣਾਇਆ ਗਿਆ। ਸਾਡੇ 'ਚ ਤਾਂ ਪ੍ਰਮਾਤਮਾ ਦੇ ਗੁਣ ਭਰੇ ਗਏ ਆ, ਸਾਨੂੰ ਖਾਲਸ ਬਣਾਇਆ ਗਿਆ। ਤੇ ਜੇ ਤੁਸੀਂ ਆਪ ਹੀ ਇਹ ਸਮਝਣ ਲੱਗ ਗਏ ਵੀ ਅਸੀਂ ਆਮ ਬਣੀਏ, ਤੇ ਫਿਰ ਮੱਤ ਤਾਂ ਸਾਡੀ ਹੋਈ ਮਾਰੀ ਗਈ ਹੈ ਨਾ। ਸੋ ਤਰਾਸਦੀ ਇਹ ਇਸ ਕਰਕੇ ਆ, ਸਾਡੇ ਪਿੱਛੇ 150 ਸਾਲ ਦੀ ਗੁਲਾਮੀ ਪਈ ਆ ਸਿਰਾਂ ਤੇ। ਉਸ ਗੁਲਾਮੀ ਨੇ ਸਾਡੀ ਖਾਸੀਅਤ, ਸਾਡੀ ਜਿਹੜੇ ਇੱਕ ਖਾਸ ਤਰ੍ਹਾਂ ਦਾ ਇੱਕ ਸਾਡੇ 'ਚ ਕਹਿ ਲਈਏ ਵੀ ਵੀ ਆਰ ਸਪੈਸ਼ਲ, ਜਿਹੜੇ ਸਪੈਸ਼ਲ ਤਰ੍ਹਾਂ ਦੇ ਲੋਕ ਸੀ, ਖਾਸ ਤਰ੍ਹਾਂ ਦੇ ਲੋਕ ਸੀ, ਉਹਨਾਂ ਨੂੰ ਇਹ ਆਮ ਬਣਾਉਣ ਤੇ ਤੁਲੇ ਹੋਏ ਆ, ਤੇ ਅਸੀਂ ਉੱਧਰ ਨੂੰ ਤੁਰ ਵੀ ਪੈਂਦੇ ਆ। ਸੋ ਸਾਨੂੰ ਹੁਣ ਇਹ ਦੇਖਣਾ ਪਊਗਾ ਸਾਡਾ ਦੁਸ਼ਮਣ ਕੌਣ ਆ। ਰਾਵਣ ਵਾਂਗੂ ਇਸ ਦੁਸ਼ਮਣ ਦੇ 10 ਸਿਰ ਆ। ਕਦੇ ਇਹ ਕਾਂਗਰਸ ਦੇ ਰੂਪ 'ਚ ਆ ਜਾਂਦਾ, ਕਦੇ ਭਾਜਪਾ ਦੇ ਰੂਪ 'ਚ ਆ ਜਾਂਦਾ, ਕਦੇ ਕਿਸੇ ਹੋਰ ਆਮ ਆਦਮੀ ਪਾਰਟੀ ਵਾਲੇ ਰੂਪ 'ਚ ਆ ਜਾਂਦਾ। ਸੋ ਦਿੱਲੀ ਤੋਂ ਜਦੋਂ ਰਾਵਣ ਉਹ ਤੁਰਦਾ, ਉਹਦੇ 10 ਸਿਰ ਆ। 10 ਸਿਰਾਂ ਨੇ ਤੁਹਾਨੂੰ ਲੁਭਾਉਣਾ, ਤੁਹਾਨੂੰ ਆਪਦੇ ਵਾਲੇ ਪਾਸੇ ਤੋਰਨਾ। ਪਰ ਸਾਡਾ ਜਰਨੈਲ, ਜਿਹਦਾ 4 ਦਹਾਕਿਆਂ ਦਾ ਸੰਘਰਸ਼ ਪਿੱਛੇ ਪਿਆ, ਸਰਦਾਰ ਸਿਮਰਨਜੀਤ ਸਿੰਘ ਮਾਨ, ਸਾਡੀ ਜ਼ਮੀਰ ਤੇ ਸਾਡੇ ਵਕਾਰ ਦੀ ਗੱਲ ਆ ਵੀ ਉਹਨਾਂ ਨੂੰ ਜਿਤਾ ਕੇ ਭੇਜਣਾ। ਆਪਾਂ ਜਿੱਦਾਂ ਕਿ ਭੇਜਣਾ ਬਾਈ। ਲੋਕਾਂ ਨਾਲ ਗੱਲ ਕਰਦੇ ਆ, ਕਈ ਲੋਕ ਕਹਿੰਦੇ ਨੇ ਕਿ ਕਿਰਪਾਨ ਦਾ ਮੁੱਦਾ ਲੈ ਕੇ ਅੜ ਗਏ, ਕਹਿੰਦੇ ਭੇਜੇ ਤਾਂ ਸੀਗੇ ਪਰ ਵੋਟ ਕਿਉਂ ਖੂਹ 'ਚ ਪਾਉਣੇ ਹੋ। ਉਹਨਾਂ ਨਾਲ ਜਦੋਂ ਗੱਲ ਕਰਦੇ ਆ ਵੀ ਯਾਰ ਸਿਮਰਜੀਤ ਸਿੰਘ ਮਾਨ ਨੂੰ ਵੋਟ ਕਿਉਂ ਨਹੀਂ ਪਾਉਂਦੇ, ਜੇ ਬਦਲਾਅ ਹੀ ਚਾਹੁੰਦੇ ਹੋ ਤਾਂ ਤੀਜਾ ਬਦਲਾਅ ਵੀ ਹੋ ਸਕਦਾ ਗਾ। ਉਹ ਕਹਿੰਦੇ ਕਿ ਫਿਰ ਕਿਰਪਾਨ ਤੇ ਸਿਮਰਜੀਤ ਸਿੰਘ ਮਾਨ ਅੜ ਗਏ ਨੇ, ਉਹਨਾਂ ਦੀਆਂ ਇਹ ਗੱਲਾਂ ਸਾਹਮਣੇ ਆਉਂਦੀਆਂ ਨੇ। ਦੇਖੋ, ਉਹਨਾਂ ਨੂੰ ਇਹ ਗੱਲ ਕਹੋ, ਜਦੋਂ ਕੌਮ ਆਪਦੀ ਪਛਾਣ ਦਾ ਸੰਘਰਸ਼ ਲੜ ਰਹੀ ਹੋਵੇ, ਆਪਦੀ ਪਛਾਣ ਤੇ ਸ਼ਹਾਦਤਾਂ ਦਿੱਤੀਆਂ ਗਈਆਂ ਹੋਣ, ਪਛਾਣ ਨੂੰ, ਆਪਦੀ ਹੋਂਦ ਨੂੰ ਕਾਇਮ ਰੱਖਣ ਲਈ, ਉਸ ਵੇਲੇ ਤੁਹਾਡਾ ਜਰਨੈਲ ਹੀ ਆਪਦੀ ਪਛਾਣ ਨੂੰ ਪਾਸੇ ਰੱਖ ਕੇ ਤੇ ਪਾਰਲੀਮੈਂਟ 'ਚ ਵੜ ਜੇ, ਫਿਰ ਕਾਹਦਾ ਜਰਨੈਲ ਰਹਿ ਗਿਆ ਤੁਹਾਡਾ। ਜਦੋਂ ਗੁਰੂ ਸਾਹਿਬ ਨੇ ਸਾਨੂੰ ਇਹ ਕਿਹਾ ਵੀ ਸ਼੍ਰੀ ਸਾਹਿਬ ਸਾਡੇ ਸਰੀਰ ਦਾ ਇੱਕ ਅੰਗ ਆ, ਇਹਨੂੰ ਆਪਦੇ ਤੋਂ ਦੂਰ ਨਾ ਕਰਿਓ, ਸਾਡੀ ਪਛਾਣ ਆ। ਇਹ ਸਾਨੂੰ ਝਾੜੂ ਫੜਾਈ ਜਾਂਦੇ ਆ। ਸੋ ਸ਼੍ਰੀ ਸਾਹਿਬ ਛੱਡ ਕੇ ਅਸੀਂ ਝਾੜੂ ਫੜਾਂਗੇ ਅੱਜ। ਸੋ ਇਸ ਕਰਕੇ ਜਿਹੜਾ ਗੁਣ ਹੋਣਾ ਚਾਹੀਦਾ ਸੀ, ਜਿਹਦੇ ਤੇ ਸਾਨੂੰ ਮਾਣ ਹੋਣਾ ਚਾਹੀਦਾ ਸੀ, ਉਹਨੂੰ ਔਗਣ ਬਣਾ ਕੇ ਪੇਸ਼ ਕਰਤਾ। ਇਹ ਗੱਲ ਸਮਝਣੀ ਚਾਹੀਦੀ ਆ ਕੌਮ ਨੂੰ ਵੀ। ਉਹਨਾਂ ਬੰਦਿਆਂ ਨੂੰ, ਮਾਨ ਸਾਹਿਬ ਦੀ ਜਦੋਂ ਪਾਰਲੀਮੈਂਟ 'ਚ ਗਏ, ਉਹ ਕੇਸ ਫਿਰ ਮਾਨ ਸਾਹਿਬ UN ਤੋਂ ਜਿੱਤ ਕੇ ਆਏ ਆ।
UN ਨੇ ਅਲਾਓ ਕੀਤਾ ਵੀ ਇਹ ਇਹਨਾਂ ਦੀ ਇੱਕ ਪਛਾਣ ਦਾ ਪਾਰਟ ਆ। ਸ਼੍ਰੀ ਸਾਹਿਬ ਇਹਦੇ ਨਾਲ ਜਾਓ। ਮਾਨ ਸਾਹਿਬ ਫਿਰ ਜਦੋਂ ਪਾਰਲੀਮੈਂਟ 'ਚ ਗਏ, ਉਹਨਾਂ ਦੀ ਪਹਿਲੀ ਸਪੀਚ ਅੱਜ ਵੀ YouTube ਤੇ ਪਈ ਆ, ਜੋ ਕੌਮ ਦੇ ਦਰਦ ਦੀ ਕਹਾਣੀ ਬਿਆਨ ਕੀਤੀ ਉੱਥੇ, ਜੋ ਮਾਨ ਸਾਹਿਬ ਨੇ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕੀਤੀ, ਉਹ ਸਪੀਚ ਕੱਢ ਕੇ ਸੁਣ ਲਓ। ਅੱਜ ਤੱਕ ਜੇ ਕੋਈ ਹੋਰ ਉਸ ਤਰ੍ਹਾਂ ਬੋਲਿਆ ਹੋਵੇ ਤਾਂ। ਹੁਣ ਅਗਲੇ ਬੰਦੇ ਇਹ ਵੀ ਕਹਿੰਦੇ ਆ ਵੀ ਕੀ ਕਰਤਾ ਇਹਨਾਂ ਨੇ ਫਿਰ ਪਾਰਲੀਮੈਂਟ 'ਚ ਜਾ ਕੇ। ਮੈਂ ਇਹ ਪੁੱਛਦਾ, ਜਦੋਂ ਤੁਸੀਂ ਇੱਕ ਮੈਜੋਰਿਟੇਰੀਅਨ ਸਿਸਟਮ 'ਚੋਂ ਸੈਂਟਰਲਾਈਜੇਸ਼ਨ ਆਫ ਪਾਵਰ ਆ, ਫਿਰ ਸਰਦਾਰ ਕਪੂਰ ਸਿੰਘ ਨੇ ਕੀ ਕਰਤਾ ਸੀ? ਫਿਰ ਜਿਹੜੇ ਹੁਣ ਵੀ ਪਾਰਲੀਮੈਂਟ 'ਚ ਇੱਥੋਂ ਚੁਣ ਕੇ ਜਾਂਦੇ ਆ, ਉਹਨਾਂ ਨੇ ਕੀ ਕਰਤਾ? ਕੀਤਾ ਤਾਂ ਉਹਨਾਂ ਨੇ ਵੀ ਨਹੀਂ ਕੁਛ, ਪਰ ਉਹਨਾਂ ਨੇ ਸਾਡੀ ਕਦੇ ਗੱਲ ਵੀ ਨਹੀਂ ਕੀਤੀ। ਕਦੇ ਸਾਡੇ ਤੇ ਹੋਏ ਕਤਲੇਆਮ ਦੀ ਗੱਲ ਨਹੀਂ ਹੋਈ, ਕਦੇ ਸਾਡੇ ਜੈਨੋਸਾਈਡ ਦੀ ਗੱਲ ਨਹੀਂ ਹੋਈ, ਕਦੇ ਜੋ ਧੀਆਂ ਭੈਣਾਂ ਦੀ ਵਿਪੱਤੀ ਹੋਈ ਆ ਉਹਨਾਂ ਦੀ ਗੱਲ ਨਹੀਂ ਹੋਈ। ਉਹ ਕਿਹਨੇ ਕੀਤੀ ਆ? ਇਕੱਲੇ ਮਾਨ ਸਾਹਿਬ ਨੇ। ਫਿਰ ਸਾਨੂੰ ਜਸਟਿਸ ਨਹੀਂ ਮਿਲੀ, ਨਿਆਂ ਨਹੀਂ ਮਿਲਿਆ। ਉਸ ਅਨਿਆਂ ਨੂੰ ਕਿਹਨੇ ਉੱਥੇ ਜਾ ਕੇ ਉਜਾਗਰ ਕੀਤਾ ਵੀ ਕਿੰਨਾ ਅਨਿਆਂ ਹੋ ਰਿਹਾ ਪੰਜਾਬ ਨਾਲ? ਉਹ ਵੀ ਇਕੱਲੇ ਮਾਨ ਸਾਹਿਬ ਨੇ। ਸੋ ਗੱਲਾਂ ਇਹ ਸਾਨੂੰ ਵਰਗਲਾਉਂਦੇ ਆ, ਸਾਨੂੰ ਮੈਨੀਪੂਲੇਟ ਕਰਦੇ ਆ। ਜਿਹੜੇ ਆਗੂ ਦਾ ਉਹ ਗੁਣ ਹੋਣਾ ਚਾਹੀਦਾ ਸੀ ਵੀ ਉਹ ਆਪਦੀ ਪਛਾਣ ਨੂੰ ਤੇ ਹੋਂਦ ਨੂੰ ਕਾਇਮ ਰੱਖ ਕੇ ਖੜ ਗਿਆ, ਸਾਨੂੰ ਅਹੁਦੇ ਜਾਂ ਉਹ ਪਾਰਲੀਮੈਂਟ ਦੇ ਜਿਹੜੀਆਂ MP MLA ਅਸੈਂਬਲੀਆਂ ਦੇ ਉਹ ਮਨਜ਼ੂਰ ਨਹੀਂ ਆ। ਪਰ ਸਾਡੀ ਕੌਮ ਨੇ ਉਹਨੂੰ ਔਗਣ ਬਣਾ ਕੇ ਪੇਸ਼ ਕਰਤਾ, ਜਾਂ ਸਰਕਾਰ ਨੇ ਪੇਸ਼ ਕੀਤਾ ਤੇ ਕੌਮ ਨੇ ਉਹ ਆਪਦੇ ਆਪ 'ਚ ਹੀ ਸਵੀਕਾਰ ਕਰ ਗਿਆ ਵੀ ਹਾਂ ਇਹਨਾਂ ਨੂੰ ਮੌਕਾ ਮਿਲਿਆ ਸੀ। ਗਏ ਕਿਉਂ ਨਹੀਂ? ਮੌਕਾ ਮਿਲਿਆ ਸੀ ਪਛਾਣ ਬਿਨਾਂ ਛੱਡੇ। ਜਦੋਂ ਵੜੇ ਉਦੋਂ ਸ਼ੇਰ ਵਾਂਗੂ ਦਹਾੜਿਆ ਸੀ ਉੱਥੇ ਜਾ ਕੇ। ਫਿਰ ਕਹਿੰਦੇ ਪਿੱਛੇ ਜੇ ਇੱਕ ਸਪੀਚ ਬੜੀ ਭਾਵਕ ਹੋਈ। ਮਾਨ ਸਾਹਿਬ ਕਹਿੰਦੇ ਮੈਨੂੰ ਆਪਣਿਆਂ ਨੇ ਹਰਾਇਆ, ਮੈਨੂੰ ਕਿਸੇ ਨੇ ਹੋਰ ਨਹੀਂ ਹਰਾਇਆ। ਬੜੀ ਤਰਾਸਦੀ ਦੀ ਗੱਲ ਆ ਉਹ ਕਿ ਆਪਣੇ ਮਗਰ ਕਿਉਂ ਨਹੀਂ ਲੱਗਦੇ। ਫਿਰ ਬਾਈ ਜੀ ਗੱਲ ਇਹ ਆ ਨਾ, ਮੈਂ ਜਿਵੇਂ ਤੁਹਾਨੂੰ ਕਿਹਾ, ਜਿਹੜੀ ਮਾਨਸਿਕਤਾ ਲੋਕਾਂ ਦੀ ਇਹ ਫੜ ਲੈਂਦੇ ਆ ਨਾ। ਹੁਣ ਅੱਜ ਇਹਨਾਂ ਕੋਲ ਏਡੇ ਸਟਰੋਂਗ ਪਲੇਟਫਾਰਮਸ ਆ, ਟੈਕਨੋਲੋਜੀ ਦਾ ਜ਼ਮਾਨਾ, ਸੋਸ਼ਲ ਮੀਡੀਆ ਇੰਨਾ ਸਟਰੋਂਗ ਪਲੇਟਫਾਰਮ ਹੋ ਗਿਆ ਵੀ ਲੋਕਾਂ ਦੀ ਇੱਕ ਮਾਨਸਿਕਤਾ ਹੀ ਘੜ ਦਿੰਦੇ ਆ। ਤੁਸੀਂ ਦੇਖੋ ਜਿਹੜੇ ਓਪੀਨੀਅਨ ਪੋਲ ਵੀ ਅੱਜ ਦਿਖਾ ਰਹੇ ਆ ਨਾ, ਮਾਨ ਸਾਹਿਬ ਨੂੰ ਰੇਸ 'ਚ ਹੀ ਨਹੀਂ ਗਿਣਦੇ ਉੱਥੇ। ਤੇ ਤੁਸੀਂ ਇਸ ਮਾਹੌਲ ਦੇਖੋ ਇੱਥੇ ਕਿਵੇਂ ਸਾਡੀਆਂ ਜ਼ਮੀਰਾਂ ਨੇ ਆਵਾਜ਼ ਦਿੱਤੀ, ਅਸੀਂ ਤੁਰੇ ਫਿਰਦੇ ਹਾਂ ਇੱਥੇ। ਉਹ ਰੇਸ 'ਚ ਤਾਂ ਨਹੀਂ ਦਿਖਾਉਂਦੇ, ਕਿਉਂ? ਉਹਨਾਂ ਨੇ ਮਾਨਸਿਕਤਾ ਇਹ ਬਣਾਉਣੀ ਆ ਵੀ ਇਹ ਤਾਂ ਰੇਸ 'ਚ ਹੀ ਨਹੀਂ, ਇਹਨਾਂ ਨੂੰ ਤਾਂ ਪੋਲੀਟਿਕਸ ਹੀ ਨਹੀਂ ਕਰਨੀ ਆਉਂਦੀ। ਰੇਸ 'ਚ ਤਾਂ ਆਮ ਆਦਮੀ ਪਾਰਟੀ ਆ, ਰੇਸ 'ਚ ਤਾਂ ਕਾਂਗਰਸ ਆ, ਰੇਸ 'ਚ ਤਾਂ ਹੋਰ ਜਿਹੜੀਆਂ ਕੋਈ ਦਿੱਲੀ ਤੋਂ ਪਾਰਟੀਆਂ ਚੱਲਦੀਆਂ ਉਹ ਆ, ਹੈ ਨਾ। ਸੋ ਇਸ ਕਰਕੇ ਇਹ ਤੁਹਾਡੀ ਮਾਨਸਿਕਤਾ ਐਂ ਬਣਾ ਦਿੰਦੇ ਆ। ਲੋਕ ਇਹ ਸਮਝਦੇ ਆ ਵੀ ਯਾਰ ਸਰਕਾਰ ਤਾਂ ਬਣਨੀ ਨਹੀਂ, ਚਲੋ ਕੀ ਫਾਇਦਾ। ਪਰ ਗੱਲ ਇਹ ਆ, ਤੁਸੀਂ ਆਪਦੀ ਸਿਆਸਤ ਜਿਹੜੀ ਤੁਹਾਨੂੰ ਅਸੀਂ ਸਿਰਜਣ ਦੀ ਕੋਸ਼ਿਸ਼ ਕਰ ਰਹੇ ਹਾਂ, ਇਹਨਾਂ ਨੇ ਕਦੇ ਦਿਖਾਉਣੀ ਨਹੀਂ। ਇਹਨਾਂ ਨੇ ਉਸ ਸਿਆਸਤ ਨੂੰ ਚਮਕਾਉਣਾ ਨਹੀਂ। ਤੇ ਜੇ ਇਹ ਨਹੀਂ ਚਮਕਾਉਂਦੇ, ਲੋਕ ਵੀ ਉਸ ਮਾਨਸਿਕਤਾ ਦੇ ਜਾਂ ਉਸ ਸਾਰੇ ਖੇਡ ਦੇ ਸ਼ਿਕਾਰ ਹੋ ਜਾਂਦੇ ਆ। ਤੇ ਫਿਰ ਇਹ ਸਮਝਦੇ ਆ ਵੀ ਹਾਂ ਯਾਰ ਇਹ ਤਾਂ ਰੈਲੇਵੈਂਟ ਹੀ ਨਹੀਂ ਆ। ਹਾਲਾਂਕਿ ਆਹੀ ਪੋਲੀਟਿਕਸ ਰੈਲੇਵੈਂਟ ਆ। ਅੱਜ ਇੱਕ ਸ਼ੇਰ ਦਹਾੜੇ ਜਾ ਕੇ ਜੰਗਲ 'ਚ, ਤੇ ਫਿਰ ਉਹ ਕਿਲਾ ਦੁਸ਼ਮਣ ਦਾ ਉਹ ਵੀ ਅਸੀਂ ਸਰ ਕਰ ਲਾਂਗੇ, ਬੜੀ ਛੇਤੀ ਕਰ ਲਾਂਗੇ। ਬੜਾ ਲੰਮਾ ਸਮਾਂ ਹੋਇਆ ਬਈ, ਆਪਾਂ ਜੇ ਗੱਲ ਕਰੀਏ ਤਾਂ ਬੜਾ ਲੰਮਾ ਸਮਾਂ ਹੋਇਆਗਾ। ਅੰਦੋਲਨ ਵੀ ਜਿੱਤਿਆ, ਹੈ ਨਾ। ਨੌਜਵਾਨੀ ਦਾ ਬੜਾ ਵੱਡਾ ਰੋਲ ਰਿਹਾ ਨੌਜਵਾਨੀ ਦੇ ਵਿੱਚ, ਪਰ ਕਿਤੇ ਨਾ ਕਿਤੇ ਜਾ ਕੇ ਨੌਜਵਾਨੀ ਨੂੰ ਫੇਰ ਪਿੱਛੇ ਤੱਕ ਦਿੱਤਾ ਗਿਆ। ਫਿਰ ਉਹਨਾਂ ਨੇ ਆ ਕੇ ਸੀਟਾਂ ਮੰਨਣ ਦੀ ਕੋਸ਼ਿਸ਼ ਕਰੀ, ਹੱਕਾਂ ਦੀ ਗੱਲ ਕਰਦੇ ਕਰਦੇ ਅੱਜ ਕੁਰਸੀ ਦੀ ਗੱਲ ਕਰਨ ਦੇ ਉੱਪਰ ਉਹ ਸੀਮਤ ਹੋ ਗਏ ਆ। ਦੇਖੋ ਇਹ ਯੂਥ ਨੂੰ ਤਾਂ ਹਮੇਸ਼ਾ ਵਰਤਦੇ ਆ, ਯੂਜ਼ ਕਰਦੇ ਆ। ਜਦੋਂ ਬੈਰੀਕੇਡ ਪੱਟਣੇ ਸੀ ਨੌਜਵਾਨ ਅੱਗੇ, ਜਦੋਂ ਦਿੱਲੀ ਚੜ੍ਹਦੀ ਕਲਾ ਦਾ ਆਲਮ ਦਿਖਾਉਣਾ ਸੀ ਨੌਜਵਾਨ ਅੱਗੇ, ਜਦੋਂ 26 ਨਵੰਬਰ ਆਇਆ ਨੌਜਵਾਨ ਅੱਗੇ, 26 ਜਨਵਰੀ ਆਈ ਨੌਜਵਾਨ ਅੱਗੇ। ਪਰ ਲੀਡਰਸ਼ਿਪ ਨੇ ਕੀ ਕੀਤਾ? ਗਦਾਰੀ ਦੇ ਸਰਟੀਫਿਕੇਟ ਦਿੱਤੇ। ਉਹ ਤਾਂ ਸਾਡੇ ਬੰਦੇ ਹੀ ਨਹੀਂ ਆ, ਆਪ ਹੀ ਸਾਡੇ ਤੇ ਕੇਸ ਪਵਾਤੇ। ਹੁਣ ਤੁਸੀਂ ਇਹ ਵੇਖੋ, ਹੁਣ ਜਦੋਂ ਵਾਪਸ ਆਏ ਆ, ਵਾਪਸ ਆ ਕੇ ਫਿਰ ਇੱਕ ਵਾਰੀ ਏਕੇ ਦਾ ਹੋਕਾ ਦੇਣਾ ਚਾਹੀਦਾ ਸੀ। ਸਾਰਿਆਂ ਨੂੰ ਬੈਠ ਕੇ ਇਸ ਗੱਲ ਨੂੰ ਵਿਚਾਰਨਾ, ਇਹਦੇ ਤੇ ਮੰਥਨ ਹੋਣਾ ਚਾਹੀਦਾ ਸੀ ਵੀ ਹੁਣ ਕਿਸ ਤਰ੍ਹਾਂ ਦੀ ਪੋਲੀਟਿਕਸ ਜਾਂ ਸਿਆਸਤ ਸਿਰਜੀ ਜਾਵੇ, ਹੈ ਨਾ। ਹੁਣ ਉਹਨਾਂ ਸਾਰੇ ਬੰਦਿਆਂ ਨੂੰ ਨਾਲ ਲਿਆ ਜਾਵੇ ਜਿਹੜੇ ਪੰਜਾਬ ਪੱਖੀ, ਪੰਜਾਬ ਸੈਂਟਰਿਕ ਸਿਆਸਤ ਕਰਦੇ ਆ। ਨਹੀਂ ਕੀਤੀ। ਫਿਰ ਦਿੱਲੀ ਵਾਲੀਆਂ ਦੀ ਸਿਆਸਤੀ ਪਾਰਟੀਆਂ ਦੇ ਨਾਲ ਸਮਝੌਤੇ ਕਰਕੇ ਤੇ ਸਿਆਸਤ ਦਿੱਲੀ ਦੀ ਉਹ ਕਰੀ ਜਾਂਦੇ ਆ, ਹਜੇ ਤੱਕ ਪੰਜਾਬ ਦੀ ਸਿਆਸਤ ਹੀ ਨਹੀਂ ਕਰ ਰਹੇ। ਸੋ ਇਸੇ ਕਰਕੇ ਜਿਹੜੀ ਨੌਜਵਾਨੀ ਨੇ ਕਿਸਾਨੀ ਸੰਘਰਸ਼ ਜਿੱਤ ਕੇ ਦਿੱਤਾ, ਅਗਵਾਈ ਗੁਰੂ ਸਾਹਿਬ ਦੀ ਸੀ ਔਰ ਉਹਨਾਂ ਨੇ ਗੁਰੂ ਸਾਹਿਬ ਦੀ ਅਗਵਾਈ ਕਬੂਲੀ। ਕਿਸਾਨੀ ਸੰਘਰਸ਼ ਨੌਜਵਾਨੀ ਨੇ ਐਡੀ ਜ਼ਿੰਮੇਵਾਰੀ ਨਿਭਾਈ ਆਪਦੇ ਮੋਢਿਆਂ ਤੇ,
ਤੇ ਉਹਨਾਂ ਨੇ ਉਹ ਕਿਸਾਨੀ ਸੰਘਰਸ਼ ਜਿੱਤ ਕੇ ਦਿੱਤਾ, ਉਸ ਨੌਜਵਾਨੀ ਦੀ ਕਦੇ ਗੱਲ ਨਹੀਂ ਕਰਨਗੇ, ਕਿਉਂਕਿ ਉਹਨਾਂ ਦੀ ਗੱਲ ਜੇ ਹੋਊਗੀ ਤਾਂ ਫਿਰ ਪੰਜਾਬ ਇੱਕ ਨਵੇਂ ਸਿਰਿਓਂ ਸਿਰਜਿਆ ਜਾਊਗਾ। ਪੰਜਾਬ ਨੂੰ ਨਵੇਂ ਸਿਰਿਓਂ ਸਿਰਜਣ ਵਾਸਤੇ ਇਹਦਾ ਡਰਦੇ ਆ। ਇਹਨਾਂ ਨੂੰ ਆਏ ਆ ਵੀ ਜੇ ਨਵੇਂ ਸਿਰਿਓਂ ਹੁਣ ਅਸੀਂ ਇਹ ਨੌਜਵਾਨੀ ਨੇ ਸ਼ੁਰੂ ਕਰਤਾ ਸਿਰਜਣਾ, ਤੇ ਫਿਰ ਗੱਲ ਕਿੱਥੇ ਖੜੂ ਜਾ ਕੇ? ਫਿਰ ਤਾਂ ਆਪਦੇ ਹੱਕ ਲਏ ਬਿਨਾਂ ਨਹੀਂ ਇਹਨਾਂ ਨੇ ਮੁੜਨਾ। ਸੋ ਗੱਲ ਇਹਨਾਂ ਦੇ ਸਮਝੌਤੇ, ਲੁਕਵੇਂ ਸਮਝੌਤੇ, ਕਈਆਂ ਦੇ ਖੁੱਲ੍ਹੇ ਸਮਝੌਤੇ ਸੈਂਟਰ ਦੀਆਂ ਪਾਰਟੀਆਂ ਨਾਲ, ਸੈਂਟਰ ਦੀਆਂ ਏਜੰਸੀਆਂ ਨਾਲ ਰਹਿੰਦੇ ਆ। ਬਦਨਾਮ ਇਹ ਨੌਜਵਾਨੀ ਨੂੰ ਕਰਨਗੇ ਆ ਕੇ। ਇਹਨਾਂ ਕੋਲੇ ਤਜਰਬੇ ਆ ਨਾ, ਜਿਹੜੇ 40-40 ਸਾਲਾਂ ਦੇ ਤਜਰਬੇ, ਉਹ ਕੀ ਆ? ਉਹ ਬਦਨਾਮ ਕਰਨ ਦੇ ਹੀ ਤਜਰਬੇ ਆ, ਉਹ ਸਾਜ਼ਿਸ਼ਾਂ ਘੜਨ ਦੇ ਹੀ ਤਜਰਬੇ ਆ। ਜੇ 40 ਸਾਲਾਂ 'ਚ ਸਾਜ਼ਿਸ਼ਾਂ ਨਾ ਘੜੀਆਂ ਹੁੰਦੀਆਂ, ਬਦਨਾਮ ਨਾ ਕੀਤੇ ਹੁੰਦੇ, ਅੱਜ ਨੂੰ ਤਾਂ ਬੜਾ ਕੁਝ ਸਿਰਜਿਆ ਜਾਣਾ ਸੀ। ਪਰ ਕੁਝ ਸਿਰਜਿਆ ਗਿਆ, ਕੁਝ ਕਿਸਾਨੀ 'ਚ ਹੀ ਸਿਰਜ ਲਿਆ ਹੋਵੇ। ਉਹੀ ਖੁਦਕੁਸ਼ੀਆਂ ਕਰਜ਼ਿਆਂ ਤੇ ਖੜੇ ਆ। ਫਿਰ 1.5 ਸਾਲ ਅੰਦੋਲਨ ਨੂੰ ਦੇਤਾ, ਕਿੱਥੇ ਖੜ ਗਏ ਆ ਕਿ ਆਪਾਂ? ਅੱਜ ਤੱਕ ਸਾਨੂੰ ਸਾਡੀਆਂ ਫਸਲਾਂ ਵੀ ਵਿਕ ਜਾਣਗੀਆਂ, ਚੱਕੀਆਂ ਜਾਣਗੀਆਂ, MSP ਤੇ ਚੱਕੀਆਂ ਜਾਣਗੀਆਂ, ਇਹਦੀ ਕੋਈ ਗਰੰਟੀ